ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਆਓ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਖੇਡ ਦੇ ਮੈਦਾਨ ਦੇ ਵਿੱਚ, ਕਿਉਂਕਿ ਛੇਤੀ ਹੀ ਓਲੰਪਿਕਸ ਹੋਣ ਜਾ ਰਹੀਆਂ ਨੇ ਅਤੇ ਇਹ ਓਲੰਪਿਕਸ ਦਾ ਕੀ ਇਤਿਹਾਸ ਹੈ। ਇਸ ਦੇ ਵਿੱਚ ਇਸ ਸਾਲ ਜੋ ਲੰਡਨ ਦੇ ਵਿੱਚ ਓਲੰਪਿਕਸ ਹੋਣ ਜਾ ਰਹੀਆਂ ਨੇ, ਕਿਹੜੀਆਂ ਚੀਜ਼ਾਂ ਸਾਹਮਣੇ ਸਾਡੇ ਆਉਣਗੀਆਂ, ਉਸ ਤੋਂ ਤੁਹਾਨੂੰ ਜਾਣੂ ਕਰਾਉਂਦੇ ਹਾਂ ਨਾਮਵਰ ਸਪੋਰਟਸ ਕਮੈਂਟੇਟਰ ਡਾਕਟਰ ਸੰਜੀਵ ਆਲੂਵਾਲੀਆ ਤੋਂ। ਜੀ ਆਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਹਰਪ੍ਰੀਤ ਜੀ, ਸ਼ੁਕਰੀਆ ਸਮਾਂ ਕੱਢ ਕੇ ਵਿਕਟੋਰੀਆ ਤੋਂ ਸਾਡੇ ਕੋਲ ਇੱਥੇ ਆ ਕੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਲਈ ਜੀ। ਸੋ ਡਾਕਟਰ ਸਾਹਿਬ, ਸ਼ੁਰੂਆਤ ਕਰਦੇ ਹਾਂ ਇਤਿਹਾਸ ਜੋ ਹੈ ਓਲੰਪਿਕਸ ਦਾ, ਕਿਉਂਕਿ ਇਹ ਇੱਕ ਬਹੁਤ ਸਪੋਰਟਿੰਗ ਜਿਹੜਾ ਇਹ ਇਵੈਂਟ ਹੈ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਸੋ ਅੱਜ ਸਾਨੂੰ ਇਤਿਹਾਸ ਦੇ ਪੰਨਿਆਂ ਨਾਲ ਜੋੜੋ ਜੀ, ਕੀ ਹੈਗਾ ਇਹਦਾ ਇਤਿਹਾਸ। ਜਿਵੇਂ ਤੁਸੀਂ ਹਰਪ੍ਰੀਤ ਜੀ ਦੱਸਿਆ, ਜਿਹੜੀ ਓਲੰਪਿਕਸ ਹੈਗੀ ਆ, ਆਈ ਥਿੰਕ ਦਿਸ ਇਜ਼ ਦ ਬਿਗੇਸਟ ਸਪੈਕਟੀਕਲ ਆਫ ਸਪੋਰਟਸ ਜੀ। ਇਦੋਂ ਉੱਤੇ ਕੋਈ ਚੀਜ਼ ਨਹੀਂ ਹੈ। ਹਾਲਾਂਕਿ ਵਿਊਅਰਸ਼ਿਪ ਮੈਨੂੰ ਲੱਗਦਾ ਵੀ ਸ਼ਾਇਦ ਜਿਹੜਾ ਫੀਫਾ ਦਾ ਵਰਲਡ ਕੱਪ ਹੈ ਟੀਵੀ ਵਿਊਅਰਸ਼ਿਪ ਇਹਨੂੰ ਸਰਪਾਸ ਕਰ ਜਾਂਦੀ, ਬਟ ਸਟਿਲ ਤਕਰੀਬਨ ਅੱਜ ਕੱਲ੍ਹ ਦੇ ਜਿਹੜੇ ਮਾਡਰਨ ਓਲੰਪਿਕਸ ਹੈਗੇ ਇਹਦੇ 'ਚ 400 ਈਵੈਂਟ ਹੁੰਦੇ ਨੇ ਜੀ, ਅਤੇ ਤਕਰੀਬਨ 8000 ਤੋਂ 10000 ਜਿਹੜੇ 205 ਮੁਲਕਾਂ ਦੇ ਲੋਕ ਇਹਦੇ 'ਚ ਭਾਗ ਲੈਂਦੇ ਨੇ ਜੀ। ਰਾਈਟ। ਸੋ ਜੇ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਓਲੰਪਿਕ ਮੂਵਮੈਂਟ ਹੈ ਇਹਨੂੰ ਕੰਟਰੋਲ ਕਰਦੇ ਆ ਇੰਟਰਨੈਸ਼ਨਲ ਓਲੰਪਿਕ ਕਮੇਟੀ, IOC ਕਹਿੰਦੇ ਜਿਹਨੂੰ। ਤੇ ਇਹਨੂੰ ਜਿਹੜਾ ਓਲੰਪਿਕ ਮੂਵਮੈਂਟ ਦੀ ਫਾਰਮੇਸ਼ਨ ਹੋਈ, ਵਿਜ਼ੂਅਲਾਈਜ਼ ਜਿਹਨੇ ਕੀਤਾ, ਉਹ ਇੱਕ ਫਰੈਂਚਮੈਨ ਸੀਗੇ ਜੀ। ਉਹਨਾਂ ਦਾ ਨਾਮ ਸੀਗਾ ਜੀ ਪੀਏਰ ਦਾ ਕੁਬਖਤਾਨ। ਹੋਪ ਆਈ ਐਮ ਪ੍ਰੋਨਾਉਂਸਿੰਗ ਹਿਸ ਨੇਮ ਰਾਈਟ। ਸੋ ਉਹਨਾਂ ਨੇ 1894 ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਆਫਿਸ ਦੀ ਸੈਟਅਪ ਕੀਤੀ ਜੀ। ਉਸ ਤੋਂ ਬਾਅਦ ਜਿਹੜੀਆਂ ਪਹਿਲੀ ਓਲੰਪਿਕਸ ਹੋਈਆਂ 1896 ਦੇ ਵਿੱਚ ਐਥਨਸ, ਗ੍ਰੀਸ ਦੇ ਵਿੱਚ ਹੋਈਆਂ ਜੀ। ਗ੍ਰੀਸ ਕਿਉਂ ਚੁਣਿਆ ਗਿਆ? ਕਿਉਂਕਿ ਪੁਰਾਣੀਆਂ ਜਿਹੜੀਆਂ ਏਨਸ਼ੀਅੰਟ ਓਲੰਪਿਕ ਗੇਮਸ ਆ ਉਹ ਓਲੰਪੀਆ ਜਿਹੜਾ ਗ੍ਰੀਸ ਦਾ ਸ਼ਹਿਰ ਆ ਉਹਦੇ ਵਿੱਚ ਹੁੰਦੀਆਂ ਸੀਗੀਆਂ ਜੀ। ਉਹ ਤਕਰੀਬਨ ਗੇਮਸ ਕਾਫੀ ਪੋਪੂਲਰ ਰਹੀਆਂ ਨੇ, 8th ਬਿਫੋਰ ਕ੍ਰਾਈਸਟ ਤੇ 4th ਆਫਟਰ ਡੈਥ ਦੀ। ਰਾਈਟ। ਸੋ ਉਸੇ ਨੂੰ ਮੱਦੇਨਜ਼ਰ ਰੱਖਦੇ ਇਹ IOC ਦੀ ਫਾਰਮੇਸ਼ਨ ਕੀਤੀ ਗਈ। ਸੋ ਇਹ ਓਲੰਪੀਆ ਜਿਹੜਾ ਕਿ ਓਲੰਪਿਕਸ ਕਿਤੇ ਓਲੰਪੀਆ ਤੋਂ ਤਾਂ ਨਹੀਂ ਪਿਆ ਹੈਗਾ? ਹਾਂਜੀ, ਜਿਹੜਾ ਇਹ ਓਲੰਪਿਕਸ ਨਾਂ ਹੈ ਜੀ, ਇਹ ਓਲੰਪੀਆ ਸ਼ਹਿਰ ਤੋਂ ਡਰਾਈਵ ਕੀਤਾ ਗਿਆ। ਓਕੇ। ਤੇ 1896 ਜਦੋਂ ਇਹ ਪਹਿਲੇ ਓਲੰਪਿਕ ਗੇਮਸ ਹੋਈਆਂ ਜੀ, ਉਦੋਂ ਇਹ ਬੜੇ ਸਮਾਲ ਲੈਵਲ ਤੇ ਹੋਈਆਂ ਜੀ। ਇਹਦੇ ਵਿੱਚ ਤਕਰੀਬਨ 14 ਮੁਲਕਾਂ ਨੇ ਪਾਰਟਿਸਿਪੇਟ ਕੀਤਾ ਤੇ 43 ਇਵੈਂਟ ਸੀਗੇ ਇਹਦੇ ਵਿੱਚ। ਤੇ ਹੁਣ ਜਿਹੜੇ ਬਲੋ ਅਪ ਹੋ ਕੇ ਤਕਰੀਬਨ 205 ਮੁਲਕ ਹੋ ਗਏ ਆ ਤੇ 400 ਤੋਂ ਜ਼ਿਆਦਾ ਇਵੈਂਟ ਹੁਣ ਇਹਦੇ ਵਿੱਚ ਆ ਗਏ ਆ। ਤੇ ਤਕਰੀਬਨ ਇਹਦੇ ਵਿੱਚ ਪਾਰਟਿਸਪੈਂਟ ਵੀ ਜਿਹੜੇ ਸੀਗੇ 250 ਪਾਰਟਿਸਪੈਂਟ ਸੀਗਾ। ਬਹੁਤ ਸਮਾਲ ਸਕੇਲ ਤੋਂ ਸ਼ੁਰੂ ਹੋਇਆ, ਬਟ ਗ੍ਰੈਜੂਅਲੀ ਇਟ ਹੈਜ਼ ਬਲੋਨ ਅਪ ਇਨਟੂ ਅ ਬਿਗ ਮੂਵਮੈਂਟ। ਤੇ ਇਹਦੇ ਵਿੱਚ ਜਦੋਂ ਆਪਾਂ ਓਲੰਪਿਕਸ ਦੀ ਗੱਲ ਕਰਦੇ ਹਾਂ, ਆਪਾਂ ਦੇਖਾਂਗੇ ਕਿ ਜਦੋਂ ਵੀ ਓਲੰਪਿਕਸ ਦਾ ਸਿੰਬਲ ਆਉਂਦਾ ਤਾਂ 5 ਸਰਕਲ ਰਿੰਗਸ ਬਣੇ ਹੁੰਦੇ ਜਿਹਨਾਂ ਨੂੰ ਓਲੰਪਿਕ ਰਿੰਗਸ ਕਹਿੰਦੇ ਨੇ। ਉਹ ਬੇਸਿਕਲੀ 5 ਜਿਹੜੇ ਕੰਟੀਨੈਂਟਸ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ। ਅਫਰੀਕਾ, ਅਮਰੀਕਾ, ਏਸ਼ੀਆ, ਆਸਟ੍ਰੇਲੇਸ਼ੀਆ ਤੇ ਯੂਰਪ। ਜਿਹੜੇ ਫਰੈਂਚਮੈਨ ਸੀ, ਜਦੋਂ ਉਹਨਾਂ ਨੇ ਇਹਨਾਂ ਨੂੰ ਕਨਸੀਵ ਕੀਤਾ ਇਹ ਆਈਡੀਆ, ਉਹਦਾ ਬੇਸਿਕ ਉਹਨਾਂ ਨੇ ਜਿਹੜਾ ਮੋਟੋ ਰੱਖਿਆ ਸੀਗਾ ਉਹਨੂੰ ਲੈਟਿਨ ਪ੍ਰਵਰਬ ਦੇ ਨਾਲ ਉਹਨੇ ਜੋੜਿਆ। ਬੜੀ ਓਲੰਪਿਕਸ ਦੇ ਨਾਲ ਐਸੋਸੀਏਟਡ ਰਹਿੰਦੀ ਹੈ। ਉਹਨੂੰ ਕਹਿੰਦੇ ਆ ਸਿਟੀਅਸ ਆਲਟੀਅਸ ਫੋਰਟਿਸ। ਉਹਦਾ ਮਤਲਬ ਹੁੰਦਾ ਫਾਸਟਰ, ਹਾਇਰ, ਸਟਰੋਂਗਰ। ਤੇ ਇਹਦਾ ਜਿਹੜਾ ਉਹਨਾਂ ਨੇ ਬੇਸਿਕਲੀ ਜੋ ਉਹਦਾ ਮੋਟੋ ਦੇ ਨਾਲ ਇਹਨੂੰ ਆਈਡੀਆ, ਇਹਦਾ ਸੈਂਟੀਮੈਂਟ ਰੱਖਿਆ, ਉਹ ਉਹਨਾਂ ਦਾ ਇਹ ਸੈਂਟੀਮੈਂਟ ਸੀਗਾ ਵੀ ਟੂ ਪਾਰਟਿਸਿਪੇਟ ਇਜ਼ ਇੰਪੋਰਟੈਂਟ, ਨਾਟ ਟੂ ਵਿਨ। ਟੂ ਕੰਕਰ ਇਜ਼ ਨਾਟ ਇੰਪੋਰਟੈਂਟ, ਬਟ ਟੂ ਸਟਰਗਲ ਇਜ਼ ਇੰਪੋਰਟੈਂਟ। ਹੁਣ ਡਾਕਟਰ ਸਾਹਿਬ, ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ, ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਰਿੰਗਸ ਦੀ, ਇੱਕ ਹੋਰ ਚੀਜ਼ ਜਿਹੜੀ ਅਸੀਂ ਦੇਖਦੇ ਹਾਂ ਜਦੋਂ ਵੀ ਓਲੰਪਿਕਸ ਹੁੰਦੀਆਂ ਨੇ ਜਾਂ ਹੋਰ ਵੀ ਕੋਈ ਖੇਡਾਂ ਹੁੰਦੀਆਂ ਨੇ, ਇੱਕ ਟਾਰਚ ਜਿਹੜੀ ਹੈ ਉਹ ਲਿਜਾਈ ਜਾਂਦੀ ਹੈ। ਅਤੇ ਓਲੰਪਿਕ ਟਾਰਚ ਦੀ ਬੜੀ ਮਹੱਤਤਾ ਹੈਗੀ ਹੈ। ਉਹਦੇ ਸੰਬੰਧ ਵਿੱਚ ਥੋੜ੍ਹਾ ਜਿਹਾ ਦੱਸੋ ਕਿ ਇਹ ਟਾਰਚ ਕੀ ਇਸ ਰਿਪਰੈਜ਼ੈਂਟ ਕਰਦੀ, ਕੀ ਸਿਗਨੀਫਾਈ ਕਰਦੀ ਹੈਗੀ? ਓਲੰਪਿਕ ਟਾਰਚ ਤੇ ਈਵਨ ਇਸ ਤੋਂ ਇਲਾਵਾ ਪਹਿਲਾਂ ਥੋੜ੍ਹੀ ਜਿਹੀ ਬਰੀਫ ਮੈਂ ਦੱਸੂੰਗਾ, ਕਿਉਂਕਿ ਓਲੰਪਿਕ ਫਲੈਗ ਹਰ ਥਾਂ ਤੇ ਹੁੰਦਾ ਜੀ। ਉਹਦੇ 'ਚ ਬੇਸਿਕਲੀ 5 ਰਿੰਗਸ ਜਿਹੜੀਆਂ ਮੈਂ ਡਿਸਕ੍ਰਾਈਬ ਕੀਤੀਆਂ 5 ਕੰਟੀਨੈਂਟਸ ਦੀਆਂ, ਪਲੱਸ ਉਹ ਹਰ ਰਿੰਗ ਇੱਕ ਡਿਫਰੈਂਟ ਕਲਰ ਦੀ ਹੈ। ਇਹ ਬਲੂ ਹੈਗੀ ਹੈ ਜੀ, ਯੈਲੋ ਹੈਗੀ ਹੈ, ਬਲੈਕ ਹੈਗੀ ਹੈ, ਗ੍ਰੀਨ ਹੈ ਤੇ ਰੈੱਡ ਹੈਗੀ ਹੈ ਜੀ।
ਇਹ ਵਾਈਟ ਬੈਕਗ੍ਰਾਉਂਡ ਦੇ ਫਲੈਗ ਤੇ ਇਹ ਰਿੰਗਸ ਛਾਪੀਆਂ ਗਈਆਂ ਨੇ। ਇਹ ਵੀ ਜਿਹੜੇ ਫ੍ਰੈਂਚਮੈਨ ਸੀਗੇ ਕੁਬਖਤਾਨ, ਉਹਨਾਂ ਨੇ ਡਿਵਾਈਸ ਕੀਤਾ ਸੀਗਾ ਫਲੈਗ ਬਣਾਇਆ ਸੀਗਾ। ਬਣਾ ਉਹਨਾਂ ਨੇ 1916 ਵੇਲੇ ਲਿਆ ਸੀ ਓਲੰਪਿਕਸ ਵੇਲੇ, ਪਰ ਇਹ ਬੈਲਜੀਅਮ ਦੀਆਂ 1920 ਓਲੰਪਿਕਸ ਵੇਲੇ ਉਹਨਾਂ ਨੇ ਪਹਿਲੀ ਵਾਰੀ ਦ ਫਲੈਗ ਵਾਜ਼ ਹੋਇਸਟਡ। ਸੋ ਕਮਿੰਗ ਬੈਕ ਟੂ ਦਾ ਟਾਰਚ, ਜਿਹੜੀ ਟਾਰਚ ਦੀ ਇੱਕ ਬਹੁਤ ਵੱਡੀ ਮਹੱਤਤਾ ਜੀ। ਇਹ ਓਲੰਪਿਕਸ ਤੋਂ ਪਹਿਲਾਂ ਤਕਰੀਬਨ 1.25-2 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜੀ, ਜਿਹੜੀ ਇੱਕ ਜਿਹਨੂੰ ਤੁਸੀਂ ਕਹਿੰਦੇ ਆ ਰਨ ਅਪ ਟੂ ਦਾ ਓਲੰਪਿਕਸ। ਲੋਕਾਂ 'ਚ ਬੜਾ ਐਂਥੂਸੀਆਜ਼ਮ ਹੈਗਾ ਜੀ ਇਹਦੇ 'ਚ। ਇਹਦਾ ਰਿਚੁਅਲ ਕੀ ਹੈਗਾ ਜੀ? ਇਹ ਰਿਚੁਅਲ ਇਟ ਗੋਜ਼ ਬੈਕ ਟੂ ਓਲੰਪੀਆ, ਜਿਹੜੇ ਟਾਊਨ 'ਚ ਜਦੋਂ ਇਹ ਪੁਰਾਣੀਆਂ ਓਲੰਪਿਕ ਗੇਮਸ ਹੁੰਦੀਆਂ ਸੀ, ਉਹ ਉੱਦਾਂ ਹੀ ਕੋਈ ਐਕਟਰੈਸ ਲੈ ਕੇ ਉਹ ਪ੍ਰੀਸਟੈਸ ਵਾਂਗੂ ਐਕਟ ਕਰਦੀ ਹੈ ਜੀ। ਤੇ ਪੈਰਾਬੋਲਿਕ ਮਿਰਰਸ ਹੈਗੇ ਆ ਜਿਹਦੇ 'ਚ ਟਾਰਚ ਰੱਖੀ ਜਾਂਦੀ ਹੈ ਤੇ ਸਨ ਰੇਜ਼ ਨੂੰ ਉਹ ਕਨਵਰਟ ਕਰਕੇ ਟਾਰਚ ਨੂੰ ਲਿਟ ਅਪ ਕਰਦੇ ਆ। ਉਹ ਟਾਰਚ ਫਿਰ ਜਿਹੜਾ ਪਹਿਲਾ ਰਨਰ ਹੈ ਉਹਨੂੰ ਹੈਂਡਓਵਰ ਕੀਤੀ ਜਾਂਦੀ ਹੈ। ਇਹ ਟਾਰਚ ਤਕਰੀਬਨ ਹੁਣ ਲੰਡਨ ਓਲੰਪਿਕਸ 'ਚ ਲੰਡਨ ਦੇ ਸਟੇਡੀਅਮ ਤੇ ਆਉਣ ਤੇ ਹੀ ਇਹਨੇ 70 ਡੇਜ਼ ਦਾ ਟਾਈਮ ਲੈਣਾ ਜੀ। 8000 ਮਾਈਲਸ ਤੋਂ ਉੱਤੇ ਇਹਨੇ ਟਰੈਵਲ ਕਰਨਾ, ਸਾਰੇ ਕੰਟੀਨੈਂਟਸ ਦੇ ਵਿੱਚੋਂ ਲੰਘਣਾ, ਔਰ ਇਹਦੇ 'ਚ ਤਕਰੀਬਨ 8000 ਲੋਕਾਂ ਨੇ ਟਾਰਚ ਬੇਅਰਰ ਬਣਨਾ। ਸੋ ਫਾਈਨਲ ਡੇ ਜਿੱਦਣ ਓਪਨਿੰਗ ਸੈਰੇਮਨੀ ਹੋਣੀ ਆ ਲੰਡਨ ਓਲੰਪਿਕਸ, ਉਦੋਂ ਜਿਹੜਾ ਫਾਈਨਲ ਰਨਰ ਹੈਗਾ ਫਿਰ ਇੰਗਲੈਂਡ ਦਾ ਜਿਹੜਾ ਕੋਈ ਕੋਵੇਟਡ ਜਿਹੜਾ ਕੋਈ ਓਲੰਪੀਅਨ ਹੋਊਗਾ ਜਾਂ ਰਨਰ ਹੋਊਗਾ, ਉਹ ਲੈ ਕੇ ਫਿਰ ਇਹਨੂੰ ਲਾਈਟ ਅਪ ਕਰੂਗਾ ਟਾਰਚ ਨੂੰ। ਸੋ ਟਾਰਚ ਦੀ ਬਹੁਤ ਵੱਡੀ ਮਹੱਤਤਾ ਹੈਗੀ। ਧੰਨਵਾਦ। ਇੱਕ ਲੈਣੇ ਛੋਟੀ ਜਿਹੀ ਬ੍ਰੇਕ। ਉਸ ਤੋਂ ਬਾਅਦ ਇਹ ਜਿਹੜਾ ਇਵੈਂਟ ਹੁੰਦਾ ਹੈ ਜਿਸ ਨੂੰ ਕਿ ਅਸੀਂ ਪੂਰੀ ਦੁਨੀਆ ਭਰ ਵਿੱਚ ਵੇਟ ਕਰਦੇ ਹਾਂ ਕਿ 4 ਸਾਲਾਂ ਬਾਅਦ ਆਉਂਦਾ ਹੈ, ਇਸ ਦੀਆਂ ਬੜੀ ਸਾਰੀਆਂ ਅਚੀਵਮੈਂਟਸ ਲੋਕਾਂ ਨੇ ਇਹਦੇ 'ਚ ਅਚੀਵ ਕੀਤੀਆਂ, ਲੇਕਿਨ ਨਾਲ ਨਾਲ ਕਾਫੀ ਸਾਰੀ ਕੰਟਰੋਵਰਸੀਜ਼ ਵੀ ਹੋਈਆਂ। ਇਹਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ। ਸੋ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆ ਰਹੇ ਡਾਕਟਰ ਸੰਜੀਵ ਆਲੂਵਾਲੀਆ ਸਾਨੂੰ ਹੋਰ ਜਾਣਕਾਰੀ ਦੇਣਗੇ। ਵੇਖਦੇ ਰਹੋ ਦ ਹਰਪ੍ਰੀਤ ਸਿੰਘ ਸ਼ੋਅ।